Hello everyone, myself Dr. Jasveer Kaur, Assistant Professor, GHG Khalsa College of Education, Guru Sir Sudar. Today I will discuss about Jashpal Committee report. Jashpal Committee report ਇਸ ਨੂੰ ਡਿਟੇਲ ਵਿੱਚ ਪੜ੍ਹਨ ਤੋਂ ਪਹਿਲਾਂ ਇਹ ਜਾਣ ਲਈਏ ਕਿ ਦੋ ਰਿਪੋਰਟਸ ਨੇ ਜਿਨ੍ਹਾਂ ਨੂੰ ਜਸ਼ਪਾਲ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ 2009 ਦੀ ਰਿਪੋਰਟ ਹੈ, ਇੱਕ 1993 ਦੀ ਰਿਪੋਰਟ। ਦੋਨੋਂ ਰਿਪੋਰਟਸ ਦੇ ਚੇਅਰਮੈਨ ਪ੍ਰੋਫੈਸਰ ਜਸ਼ਪਾਲ ਸਨ। ਦੋਨੋਂ ਰਿਪੋਰਟਸ ਵਿੱਚ ਡਿਫਰੈਂਸ ਕੀ ਹੈ? ਜੋ 2009 ਦੀ ਰਿਪੋਰਟ ਹੈ ਦੈਟ ਇਜ਼ ਰਿਲੇਟਡ ਵਿਦ ਹਾਇਰ ਐਜੂਕੇਸ਼ਨ। ਹਾਇਰ ਐਜੂਕੇਸ਼ਨ ਵਿੱਚ ਕੀ ਚੇਂਜਸ ਕਰਨ ਦੀ ਲੋੜ ਹੈ, ਕੁਆਲਿਟੀ ਇੰਪਰੂਵਮੈਂਟ ਕਿਵੇਂ ਹੋ ਸਕਦੀ ਹੈ, ਇਸ ਨਾਲ ਰਿਲੇਟਡ ਰਿਕਮੈਂਡੇਸ਼ਨਸ ਹਨ। ਜੋ 1993 ਦੀ ਰਿਪੋਰਟ ਹੈ ਦੈਟ ਇਜ਼ ਰਿਲੇਟਡ ਵਿਦ ਲਰਨਿੰਗ ਵਿਦਆਊਟ ਬਰਡਨ। ਇਸ ਵਿੱਚ ਸਕੂਲ ਸਟੂਡੈਂਟਸ ਦੇ ਕਰਿਕੂਲਮ ਲੋਡ ਨੂੰ ਰਿਡਿਊਸ ਕਰਨ ਲਈ ਰਿਕਮੈਂਡੇਸ਼ਨਸ ਹਨ। So report of 2009 advised upon renovation and rejuvenation of higher education, while report of 1993 focused on the ways and means to reduce the curriculum load of school students. Now I will start with Jashpal Committee report of 1993 Learning Without Burden. First of all, I will discuss about the historical development of Jashpal Committee report. What were the reasons for formulation of this committee? There were many reasons, many problems of school education in India, such as academic burden, fear of examinations, dominance of textbooks, joyless learning, stress on accumulating more and more knowledge, etc. But two of them were very grave. Continuous increasing burden of curriculum, falling standard of education. ਇਹ ਐਜੂਕੇਸ਼ਨਿਸਟ ਦੇ ਸਾਹਮਣੇ ਬਹੁਤ ਵੱਡਾ ਚੈਲੰਜ ਸੀ, ਬਹੁਤ ਵੱਡਾ ਕੁਐਸਚਨ ਸੀ, ਕਿਉਂਕਿ ਕੁਆਂਟੀਟੀ ਵੱਧ ਰਹੀ ਸੀ ਅਤੇ ਕੁਆਲਿਟੀ ਦਿਨੋਂ ਦਿਨ ਘਟ ਰਹੀ ਸੀ। These two problems have been considered since long. ਬਹੁਤ ਸਾਰੀਆਂ ਕਮੇਟੀਜ਼ ਨੇ ਇਹਨਾਂ ਪ੍ਰੋਬਲਮਸ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਕਮੈਂਡੇਸ਼ਨ ਦਿੱਤੀਆਂ ਸਨ। ਫੋਰ ਐਗਜ਼ਾਮਪਲ ਈਸ਼ਵਰ ਭਾਈ ਪਟੇਲ ਰਿਵਿਊ ਕਮੇਟੀ, NCERT, ਵਰਕਿੰਗ ਗਰੁੱਪਸ, ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1968, 1986। ਬਟ ਦ ਪ੍ਰੋਬਲਮ ਬਿਕਮਸ ਮੋਰ ਐਕਿਊਟ। ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਦੇਖਦੇ ਹੋਏ ਰਾਜ ਸਭਾ ਮੈਂਬਰ RK ਨਰਾਇਣ ਨੇ ਗੌਰਮੈਂਟ ਨੂੰ ਇਸ ਬਾਰੇ ਸੁਚੇਤ ਕੀਤਾ। Then Human Resource Development Minister constituted an 8-member committee called National Advisory Committee in March 1992 under the chairmanship of Professor Jashpal, former chairman UGC, and member secretary Dr. G.L. Arora, director SCRT, with 6 other members. National Advisory Committee, popularly called after the name of its chairman as Jashpal Committee. ਜਸ਼ਪਾਲ ਕਮੇਟੀ ਨੇ 1992 ਤੋਂ ਹੀ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਵਰਕਿੰਗ ਸਟਾਰਟ ਕਰ ਦਿੱਤੀ ਤੇ 15 ਜੁਲਾਈ 1993 ਨੂੰ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਨੂੰ ਇਹ ਰਿਪੋਰਟ ਦੇ ਦਿੱਤੀ। ਜਸ਼ਪਾਲ ਕਮੇਟੀ ਨੇ ਇਸ ਰਿਪੋਰਟ ਨੂੰ ਟਾਈਟਲ ਦਿੱਤਾ ਲਰਨਿੰਗ ਵਿਦਆਊਟ ਬਰਡਨ ਤੇ ਇਸ ਰਿਪੋਰਟ ਨੂੰ 5 ਪਾਰਟਸ ਦੇ ਵਿੱਚ ਡਿਵਾਈਡ ਕੀਤਾ। ਫਸਟ ਪਾਰਟ introduction, second part problems of curriculum load, third part roots of the problem, fourth part recommendations, fifth part pensive. Now these are some of the main objectives framed by the National Advisory Committee. First objective, to reduce the heavy load of school bag. ਸਭ ਤੋਂ ਮੇਨ ਪ੍ਰੋਬਲਮ ਸੀ ਕਿ ਕਰਿਕੂਲਮ ਲੋਡ ਹਰ ਸਾਲ ਵੱਧ ਰਿਹਾ ਸੀ।
ਸਬਜੈਕਟਸ ਦੀ ਗਿਣਤੀ ਵੱਧਦੀ ਜਾ ਰਹੀ ਸੀ। ਸਾਰੇ ਸਬਜੈਕਟਸ ਦੀਆਂ ਬੁੱਕਸ, ਨੋਟਬੁੱਕਸ ਬੱਚਿਆਂ ਨੂੰ ਡੇਲੀ ਕੈਰੀ ਕਰਨੀਆਂ ਪੈਂਦੀਆਂ ਸੀ, ਜਿਸ ਕਰਕੇ ਸਕੂਲ ਬੈਗ ਬਹੁਤ ਜ਼ਿਆਦਾ ਹੈਵੀ ਹੋ ਜਾਂਦੇ ਸਨ। ਪ੍ਰਾਇਮਰੀ ਕਲਾਸਿਸ ਦੇ ਵਿੱਚ ਹੀ ਬੈਗ ਦਾ ਐਵਰੇਜ weight 4 kg ਤੋਂ ਵੱਧ ਸੀ। ਸੋ ਕਮੇਟੀ ਦਾ ਮੇਨ ਆਬਜੈਕਟਿਵ ਸੀ ਕਿ ਇਸ ਤਰ੍ਹਾਂ ਦੀ ਕੋਈ ਪਾਲਿਸੀ ਫਰੇਮ ਕਰੀ ਜਾਵੇ ਜਿਸ ਨਾਲ ਸਕੂਲ ਬੈਗ ਦਾ weight ਘਟਾਇਆ ਜਾ ਸਕੇ। ਨੈਕਸਟ ਆਬਜੈਕਟਿਵ, ਟੂ ਹੈਲਪ ਚਿਲਡਰਨ ਟੂ ਫਾਈਂਡ ਸਮ ਫ੍ਰੀ ਟਾਈਮ। ਸਟੂਡੈਂਟਸ ਤੇ ਅਕੈਡਮਿਕ ਬਰਡਨ ਬਹੁਤ ਜ਼ਿਆਦਾ ਸੀ। ਸਕੂਲ ਆਉਣ ਤੋਂ ਬਾਅਦ ਵੀ ਘਰ ਆ ਕੇ ਬੱਚਿਆਂ ਦਾ ਵੱਧ ਟਾਈਮ ਟਿਊਸ਼ਨ, ਕੋਚਿੰਗ ਕਲਾਸਿਸ, ਹੋਮਵਰਕ ਕੰਪਲੀਟ ਕਰਨ ਦੇ ਵਿੱਚ ਨਿਕਲ ਜਾਂਦਾ ਸੀ। Their daily routine does not permit any time to play, to enjoy the company of friends, to enjoy simple pleasure and to explore the world around them. So next objective ਸੀ ਕਿ academic burden ਘਟਾ ਕੇ ਬੱਚਿਆਂ ਨੂੰ enjoy ਕਰਨ ਦੇ ਲਈ ਕੁਝ time ਦਿੱਤਾ ਜਾਵੇ। Next objective, to improve the quality of education. Education ਦੀ quality ਘਟ ਰਹੀ ਸੀ। ਇਸ ਦੇ ਕੁਝ ਕਾਰਨ ਸਨ, ਜਿਵੇਂ ਕਲਾਸਿਸ ਦੇ ਵਿੱਚ ਸਟੂਡੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਸੀ, ਟੈਕਸਟ ਬੁੱਕਸ ਦੀ ਲੈਂਗੁਏਜ ਬਹੁਤ ਜ਼ਿਆਦਾ ਡਿਫਿਕਲਟ ਸੀ, ਕਰਿਕੂਲਮ ਲੋਡ ਬਹੁਤ ਵੱਧ ਸੀ। ਇਸ ਕਰਕੇ ਟੀਚਰ ਦੇ ਸਾਹਮਣੇ ਸਿਰਫ ਮੇਨ ਏਮ ਕੀ ਹੁੰਦਾ ਸੀ ਕਿ ਕਰਿਕੂਲਮ ਨੂੰ ਕੰਪਲੀਟ ਕਰਨਾ ਹੈ, ਜਿਸ ਨਾਲ ਅਦਰ ਆਸਪੈਕਟਸ ਜੋ ਸਟੂਡੈਂਟਸ ਦੀ ਰੀਅਲ ਲਾਈਫ ਦੇ ਨਾਲ ਰਿਲੇਟਡ ਸਨ ਇਗਨੋਰ ਹੋ ਰਹੇ ਸਨ। Securing more marks in examination has become a mark of ability, and students are promoted to the next class on the basis of just marks. As a result, children lay stress on learning by rote rather than understanding. So education ਦੀ quality ਨੂੰ improve ਕਰਨ ਦੀ ਬਹੁਤ ਜ਼ਿਆਦਾ ਲੋੜ ਸੀ ਤੇ ਇਹਨਾਂ ਸਾਰੇ objectives ਨੂੰ achieve ਕਰਨ ਲਈ ਕਮੇਟੀ ਨੇ working start ਕੀਤੀ। So ਕਮੇਟੀ ਨੇ ਕਿਹੜੇ ਕੰਮ ਕੀਤੇ? Firstly, committee chiefly studied the prevalent curriculum and textbooks as constructed by NCERT and CBSE. It also took into consideration the curriculum and textbooks used in different states and union territories. Meetings were conducted with few members of NCERT, chairmen of education boards, teachers and principals working in different states. Surveys were also conducted with the help of questionnaire to ensure the opinion of teachers, parents, etc. Views and suggestions were invited from the students, teachers, parents and general public through advertisements in the newspaper. Special announcements were made by All India Radio and Doordarshan. Jashpal committee received more than 600 write-ups, letters from students, teachers, parents, professionals. On the basis of these meetings, surveys, views and suggestions, the committee gave recommendations. These are some of the recommendations given by the Jashpal committee. First recommendation, mother tongue should be the medium of instruction at the primary level. Second, construction of curriculum should be decentralized. Curriculum construction ਦੇ ਵਿੱਚ state level ਤੋਂ ਲੈ ਕੇ district level ਤੱਕ ਜਿੰਨੀਆਂ ਵੀ relevant authorities ਨੇ, ਸਕੂਲ ਹੈਡਸ ਨੇ ਔਰ ਸਪੈਸ਼ਲੀ ਕਲਾਸਰੂਮ ਟੀਚਰਸ ਦੀ ਇਨਵੋਲਵਮੈਂਟ ਜ਼ਿਆਦਾ ਵਧਾਈ ਜਾਵੇ, ਕਿਉਂਕਿ ਇਸ ਤਰ੍ਹਾਂ ਦੇ ਨਾਲ ਹੀ ਜਿਵੇਂ ਜਿਵੇਂ ਡੀਸੈਂਟਰਲਾਈਜੇਸ਼ਨ ਹੋਊਗੀ, ਇਸ ਦੇ ਨਾਲ ਕੀ ਹੋਊਗਾ, ਰੀਜਨਲ ਲੋਕਲ ਐਨਵਾਇਰਨਮੈਂਟਲ ਨੀਡ ਜਿਹੜੀਆਂ ਨੇ ਫੁਲਫਿਲ ਹੋ ਸਕਣਗੀਆਂ। ਨੈਕਸਟ, ਕਲਚਰ ਆਫ ਰਾਈਟਿੰਗ ਟੈਕਸਟ ਬੁੱਕਸ ਸ਼ੁੱਡ ਬੀ ਚੇਂਜ। ਟੈਕਸਟ ਬੁੱਕਸ ਦੀ ਪ੍ਰੈਪਰੇਸ਼ਨ ਦੇ ਲਈ ਐਕਸਪਰਟਸ ਜਿਹੜੇ ਨੇ ਉਹਨਾਂ ਨੂੰ ਸਿਰਫ ਸਲਾਹਕਾਰ ਦੇ ਤੌਰ ਤੇ ਲਿਆ ਜਾਵੇ, ਨਾ ਕਿ ਰਾਈਟਰ ਦੇ ਵੀ ਉਹ ਬੁੱਕਸ ਲਿਖਣ। ਇਸ ਦੇ ਲਈ ਕੀ ਆ ਕਿ ਟੀਚਰਸ ਦੀ ਟੈਕਸਟ ਬੁੱਕ ਲਿਖਣ ਦੇ ਲਈ ਵੱਧ ਤੋਂ ਵੱਧ ਇਨਵੋਲਵਮੈਂਟ ਜਿਹੜੀ ਆ ਵਧਾਈ ਜਾਵੇ, ਉਹਨਾਂ ਨੂੰ ਵੱਧ ਤੋਂ ਵੱਧ ਐਨਕਰੇਜ ਕਰਿਆ ਜਾਵੇ, ਉਹਨਾਂ ਨੂੰ ਮੋਟੀਵੇਟ ਕਰਿਆ ਜਾਵੇ ਤਾਂ ਕਿ ਉਹ ਆਪਣੇ ਸਬਜੈਕਟਸ ਦੇ ਵਿੱਚ ਅੱਛੀਆਂ ਟੈਕਸਟ ਬੁੱਕਸ ਜਿਹੜੀਆਂ ਨੇ ਲਿਖ ਸਕਣ। ਇਸ ਤੋਂ ਬਿਨਾਂ ਜਿਹੜੇ ਐਕਸਪੀਰੀਅੰਸ ਟੀਚਰਸ ਨੇ ਉਹਨਾਂ ਦੇ ਰਾਹੀਂ ਬੁੱਕ ਰਾਈਟਿੰਗ ਦੀ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇ।
ਤਾਂ ਕਿ ਵਧੀਆ ਤਰੀਕੇ ਨਾਲ ਈਜ਼ੀ ਲੈਂਗੁਏਜ ਦੇ ਵਿੱਚ ਟੈਕਸਟ ਬੁੱਕਸ ਲਿਖੀਆਂ ਜਾ ਸਕਣ ਜੋ ਕਿ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ ਹੋਣ। ਨੈਕਸਟ ਸੀ sufficient funds should be provided for purchase, repair, replacement of pedagogical equipment, etc. ਨੈਕਸਟ ਕਮੇਟੀ ਨੇ ਕਿਹਾ ਸੈਟਿੰਗ ਅਪ ਆਫ ਐਜੂਕੇਸ਼ਨਲ ਕਮੇਟੀਜ਼। ਸਕੂਲ ਦੇ ਵਿੱਚ ਮਦਰ ਟੰਗ ਵਿੱਚ ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ, ਪ੍ਰੋਪਰ ਰੂਲਸ ਫੋਲੋ ਹੋ ਰਹੇ ਹਨ ਕਿ ਨਹੀਂ, ਅਕੈਡਮਿਕ ਬਰਡਨ ਤਾਂ ਨਹੀਂ ਜ਼ਿਆਦਾ ਹੈ। ਇਹ ਸਾਰਾ ਕੁਝ ਚੈੱਕ ਕਰਨ ਦੇ ਲਈ ਡਿਫਰੈਂਟ ਕਮੇਟੀਜ਼ ਬਣਾਈਆਂ ਜਾਣ, ਜਿਵੇਂ ਕਿ ਵਿਲੇਜ ਲੈਵਲ 'ਤੇ, ਬਲੋਕ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ, ਸਟੇਟ ਲੈਵਲ 'ਤੇ, ਜੋ ਪ੍ਰੋਪਰ ਵੇ ਦੇ ਨਾਲ ਸਕੂਲ ਦੀ ਸੁਪਰਵਿਜ਼ਨ ਕਰ ਸਕਣ। ਨੈਕਸਟ ਰਿਕਮੈਂਡੇਸ਼ਨ norms for giving recognition to nursery schools should be made strict regarding accommodation, staff, play material, etc. ਇਹਨਾਂ ਸਕੂਲਸ ਨੂੰ ਰੈਕੋਗਨੀਸ਼ਨ ਤਾਂ ਹੀ ਦਿੱਤੀ ਜਾਵੇ ਜੇਕਰ ਉਹ ਰਿਕਾਇਰਡ ਰਿਲੇਟਡ ਨੋਰਮ ਜਿਹੜੇ ਨੇ ਉਹਨਾਂ ਨੂੰ ਫੁਲਫਿਲ ਕਰਦੇ ਹੋਣ। ਐਜੂਕੇਸ਼ਨ ਓਵਰਬਰਡਨ ਨਹੀਂ ਹੋਣੀ ਚਾਹੀਦੀ। ਕਮੇਟੀ ਨੇ ਕਿਹਾ ਕਿ ਨਰਸਰੀ ਕਲਾਸ ਦੇ ਵਿੱਚ ਐਡਮਿਸ਼ਨ ਦੇ ਲਈ ਕੋਈ ਵੀ ਟੈਸਟ ਇੰਟਰਵਿਊ ਨਹੀਂ ਹੋਣਾ ਚਾਹੀਦਾ। ਨੈਕਸਟ ਹੈ ਕੰਟਰੋਲ ਆਫ CBSE to be restricted. CBSE curriculum become the trend setter for the state board, leading to heavier curriculum for majority of children. So the control of CBSE to be restricted to Kendriya Vidyalaya and Navodaya Vidyalaya, and all other schools should be affiliated to the respective state boards. Next recommendation, quality improvement in teacher education programs. ਕਮੇਟੀ ਨੇ ਕਿਹਾ ਕਿ ਪ੍ਰੀ ਸਰਵਿਸ ਪ੍ਰੋਗਰਾਮ ਦੇ ਵਿੱਚ ਕੰਟੈਂਟ ਨੂੰ ਰੀਸਟਰਕਚਰਡ ਕਰਨ ਦੀ ਲੋੜ ਹੈ ਅਕੋਰਡਿੰਗ ਟੂ ਦਾ ਚੇਂਜਿੰਗ ਨੀਡਸ ਆਫ ਸਕੂਲ ਐਜੂਕੇਸ਼ਨ। ਇਸ ਨੂੰ ਵੱਧ ਤੋਂ ਵੱਧ ਪ੍ਰੈਕਟੀਕਲ ਬੇਸਡ ਬਣਾਇਆ ਜਾਵੇ। ਵਧੀਆ ਪ੍ਰੈਕਟੀਕਲ ਟ੍ਰੇਨਿੰਗ ਸਿਰਫ ਰੈਗੂਲਰ ਕੋਰਸਿਸ ਦੇ ਰਾਹੀਂ ਹੀ ਦਿੱਤੀ ਜਾ ਸਕਦੀ ਹੈ। Therefore, B.Ed degree courses through correspondence should be de-recognized. Same ਇਸੇ ਤਰ੍ਹਾਂ ਹੀ ਟੀਚਰ ਦੀ ਪ੍ਰੋਫੈਸ਼ਨਲ ਗਰੋਥ ਦੇ ਲਈ ਇਨ ਸਰਵਿਸ ਐਜੂਕੇਸ਼ਨਲ ਪ੍ਰੋਗਰਾਮਸ ਨੂੰ ਸਿਸਟੇਮੈਟਿਕਲੀ ਡਿਜ਼ਾਈਨ ਕਰਿਆ ਜਾਵੇ ਜੋ ਕਿ ਕੁਆਲਿਟੇਟਿਵ ਹੋਵੇ। ਨੈਕਸਟ ਹੈ ਰਿਕਮੈਂਡੇਸ਼ਨ ਨੋਰਮਸ ਫॉर ਟੀਚਰ ਪਿਊਪਲ ਰੇਸ਼ੋ। ਟੀਚਰ ਸਟੂਡੈਂਟ ਰੇਸ਼ੋ ਪ੍ਰੈਜ਼ੈਂਟ ਟਾਈਮ 1:40 ਕੀਤੀ ਜਾਵੇ। then it should be reduced from 1:40 to 1:30 at least in the primary classes. Next objective है no compulsion for students to carry heavy bag of books every day. For this, a separate timetable should be prepared for the assignment for the books and notebooks. कि किस दिन किहड़े सब्जैक्ट ਦੀਆਂ ਬੁੱਕਸ ਲੈ ਕੇ ਆਉਣੀਆਂ, ਨੋਟਬੁੱਕਸ ਲੈ ਕੇ ਆਉਣੀਆਂ ਨੇ, ਤਾਂ ਕਿ ਬੱਚਿਆਂ ਤੇ ਜ਼ਿਆਦਾ ਜਿਹੜਾ ਬੈਗ ਜਿਹੜਾ ਹੈ ਉਹਨਾਂ ਦਾ ਹੈਵੀ ਨਾ ਹੋਵੇ। ਇਸ ਤੋਂ ਬਿਨਾਂ ਵੱਧ ਤੋਂ ਵੱਧ ਸਕੂਲ ਦੇ ਵਿੱਚ ਬੁੱਕਸ ਜਿਹੜੀਆਂ ਨੇ ਰੱਖੀਆਂ ਜਾ ਸਕਦੀਆਂ ਨੇ। ਜੇਕਰ ਬੱਚਿਆਂ ਦੀਆਂ ਜਿਹੜੀਆਂ ਬੁੱਕਸ ਜਿਹੜੀਆਂ ਨੇ ਸਕੂਲ ਦੇ ਵਿੱਚ ਵੱਧ ਰੱਖੀਆਂ ਜਾਣਗੀਆਂ, ਬੱਚਿਆਂ ਕੋਲ ਰੋਜ਼ ਦੀ ਰੋਜ਼ ਜਿਹੜਾ ਹੈ ਉਹਨਾਂ ਦਾ ਬੈਗ ਦਾ ਜਿਹੜਾ ਵੇਟ ਜਿਹੜਾ ਹੈ ਉਹ ਘੱਟ ਹੋਊਗਾ। ਇਸ ਕਰਕੇ ਬੱਚਿਆਂ ਨੂੰ ਦੇ ਲਈ ਕੀ ਹੈ ਕਿ no compulsion for students to carry heavy bag of school every day. Next है nature and character of homework needs a radical change. Students proper way ਦੇ ਨਾਲ enjoy ਕਰ ਸਕਣ, ਉਹਨਾਂ ਕੋਲ evening ਵਿੱਚ play ਕਰਨ ਦੇ ਲਈ time ਹੋਵੇ। ਇਸ ਕਰਕੇ homework ਦੀ nature ਵਿੱਚ change ਕਰਨੀ ਜ਼ਰੂਰੀ ਹੈ। In the primary classes, children should not be given any homework. ਜੇ ਦੇਣਾ ਹੀ ਆ ਤਾਂ joyful activities ਦੇ ਨਾਲ related ਹੋਵੇ homework ਸਾਰਾ। In the upper primary and secondary classes, homework given on a rotation basis. Next, for joyful learning, maximum use of electronic media. Regular television programs should be organized, such as Shiksha Darshan. Next, project teams should be set up in each state to
examine the syllabus, textbooks, minimum number of topics, total time needed for teaching, etc. So ਨੈਸ਼ਨਲ ਐਡਵਾਈਜ਼ਰੀ ਕਮੇਟੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਸ਼ਪਾਲ ਕਮੇਟੀ ਜੋ 1992 ਵਿੱਚ ਬਣਾਈ ਗਈ ਸੀ, ਜਿਸ ਦੇ ਮੈਂਬਰਸ ਨੇ ਕਰਿਕੂਲਮ ਲੋਡ ਨੂੰ ਰਿਡਿਊਸ ਕਰਨ ਤੇ ਕੁਆਲਿਟੀ ਨੂੰ ਇੰਪਰੂਵ ਕਰਨ ਦੇ ਲਈ ਡਿਫਰੈਂਟ ਪਰਸੋਨਲਸ ਨੂੰ ਇਨਵੋਲਵ ਕੀਤਾ, ਸਾਰਿਆਂ ਦੇ ਵਿਊਜ਼ ਲਏ, ਸੁਜੈਸ਼ਨਸ ਲਏ ਤੇ 1993 ਦੇ ਵਿੱਚ ਉਹਨਾਂ ਸਾਰੇ ਵਿਊਜ਼ ਤੇ ਸੁਜੈਸ਼ਨ ਤੇ ਬੇਸਡ ਇੱਕ ਰਿਪੋਰਟ ਜਿਹੜੀ ਆ ਗਵਰਨਮੈਂਟ ਨੂੰ ਦਿੱਤੀ ਸੀ। ਥੈਂਕਸ ਐਂਡ ਹੈਵ ਅ ਨਾਈਸ ਡੇ।